ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, GGDSG ਕਾਲਜ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਨਕ ਦੁਨੀਆ ਕੈਸੀ ਹੋਈ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਰਚਨਾ ਨੂੰ BA ਸਮੈਸਟਰ 5ਵੇਂ ਦੀ ਲਾਜ਼ਮੀ ਪੰਜਾਬੀ ਦੇ ਸਮੈਸਟਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਰਚਨਾ ਹੈ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੱਧੀ ਹੇਤ ਚੁਕਾਇਆ, ਨਾਨਕ ਕਾਰਣ ਦੀਨ ਗਵਾਇਆ। ਇਹਨਾਂ ਸਲੋਕਾਂ ਵਿੱਚ ਸਲੋਕ ਜਿਹੜੇ ਆ ਜਿਨ੍ਹਾਂ ਬਾਰੇ ਅੱਜ ਮੈਂ ਗੱਲ ਕਰਾਂਗੀ, ਇਹਨਾਂ ਸਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੀ ਪਰਮਾਤਮਾ ਵੱਲੋਂ ਬੇਮੁਖਤਾ ਦਾ ਜ਼ਿਕਰ ਕਰਦਿਆਂ ਉਸ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ, ਵਿਕਾਰਾਂ ਤੋਂ ਬਚਣ, ਗੁਰੂ ਦੀ ਸ਼ਰਨ ਲੈਣ, ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਉਪਦੇਸ਼ ਦਿੱਤੇ ਹਨ। ਇਸ ਸਲੋਕ ਵਿੱਚ ਗੁਰੂ ਜੀ ਮਨੁੱਖ ਦੀ ਪਰਮਾਤਮਾ ਤੋਂ ਬੇਮੁਖਤਾ ਦਾ ਜ਼ਿਕਰ ਕਰਦੇ ਹਨ। ਇਸ ਸਲੋਕ ਵਿੱਚ ਗੁਰੂ ਜੀ ਆਖਦੇ ਹਨ ਕਿ ਦੁਨੀਆ ਦੇ ਲੋਕ ਅਜਬ ਨੀਵੇਂ ਪਾਸੇ ਜਾ ਰਹੇ ਹਨ। ਇਹਨਾਂ ਨੂੰ ਸਹੀ ਜੀਵਨ ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸੰਬੰਧੀਆਂ ਦੇ ਮੋਹ ਵਿੱਚ ਫਸ ਕੇ ਮਨੁੱਖ ਪਰਮਾਤਮਾ ਦਾ ਪਿਆਰ ਆਪਣੇ ਅੰਦਰੋਂ ਮੁਕਾਈ ਬੈਠਾ ਹੈ ਤੇ ਦੁਨੀਆ ਦੀ ਮਾਇਆ ਦੀ ਖਾਤਰ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾ ਰਿਹਾ ਹੈ। ਉਸ ਨੂੰ ਇਸ ਪਾਸੇ ਵੱਲੋਂ ਹਟ ਕੇ ਗੁਰੂ ਦਾ ਲੜ ਫੜ ਕੇ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਨੈਕਸਟ ਹੈ ਕਰਕੇ ਉਹ ਕਰੇਨ, ਗਲਾਂ ਪਿਟਨ ਸਿਰ ਖੋਹੇਨ, ਨਾਉ ਲੈਨ ਅਰ ਕਰਨ ਸਮਾਏ, ਨਾਨਕ ਤਿਨ ਬਲਿਹਾਰੇ ਜਾਏ। ਇਸ ਸਲੋਕ ਵਿੱਚ ਗੁਰੂ ਜੀ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਿਆਂ ਦੀ ਮਹਿਮਾ ਕਰਦੇ ਹਨ। ਗੁਰੂ ਜੀ ਫਰਮਾਉਂਦੇ ਹਨ ਕਿ ਕਿਸੇ ਪਿਆਰੇ ਸੰਬੰਧੀ ਦੇ ਮਰਨ 'ਤੇ ਜਨਾਨੀਆਂ ਹਾਏ ਹਾਏ ਕਹਿ ਕੇ ਓਏ ਓਏ ਕਰਦੀਆਂ ਹੋਈਆਂ ਆਪਣੀਆਂ ਗੱਲਾਂ ਪਿੱਟਦੀਆਂ ਹਨ ਤੇ ਆਪਣੇ ਸਿਰ ਦੇ ਵਾਲ ਪੁੱਟਦੀਆਂ ਹਨ। ਇਹ ਬਹੁਤ ਹੀ ਮਾੜਾ ਕੰਮ ਹੈ। ਗੁਰੂ ਜੀ ਕਹਿੰਦੇ ਹਨ, ਜਿਹੜੇ ਮਨੁੱਖ ਪ੍ਰਾਣੀ ਅਜਿਹੇ ਸਾਦਮੇ ਦੇ ਸਮੇਂ ਵੀ ਪਰਮਾਤਮਾ ਦਾ ਨਾਮ ਜਪਦੇ ਹਨ ਅਤੇ ਉਸ ਦੀ ਰਜ਼ਾ ਨੂੰ ਮੰਨਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਨੈਕਸਟ ਹੈ ਰੇ ਮਨ ਡੀਂਗ ਨਾ ਡੋਲੀਏ, ਸੀਧੇ ਮਾਰਗ ਧਾਓ, ਪਾਸ਼ੇ ਬਾਗ ਡਰਾਵਣੋ, ਆਗੇ ਅਗਨ ਤਲਾਓ, ਸੈਸੇ ਜਿਅਰਾ ਪਾ ਰਹਿਓ, ਮਾਂ ਕੋ ਅਵਰਨਾ ਢੰਗ, ਨਾਨਕ ਗੁਰਮੁਖ ਛਟਿਏ, ਹਰ ਪ੍ਰੀਤਮ ਸਿਉ ਸੰਗ। ਇਸ ਸ਼ਲੋਕ ਵਿੱਚ ਗੁਰੂ ਜੀ ਮਨੁੱਖ ਨੂੰ ਵਿਕਾਰਾਂ ਦਾ ਰਸਤਾ ਛੱਡ ਕੇ ਗੁਰੂ ਦੀ ਸ਼ਰਨ ਲੈਣ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਜੀ ਆਖਦੇ ਹਨ, ਹੇ ਮਨ, ਤੈਨੂੰ ਵਿਕਾਰਾਂ ਭਰੇ ਵਿੰਗੇ ਜੀਵਨ ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ। ਤੈਨੂੰ ਸਿੱਧੇ ਜੀਵਨ ਰਸਤੇ ਉੱਤੇ ਦੌੜਨਾ ਚਾਹੀਦਾ ਹੈ। ਵਿੰਗੇ ਰਸਤੇ ਉੱਤੇ ਤੁਰਿਆਂ ਇਸ ਦੁਨੀਆ ਵਿੱਚ ਭਿਆਨਕ ਆਤਮਕ ਮੌਤ ਆਤਮਕ ਜੀਵਨ ਨੂੰ ਖਾਈ ਜਾਂਦੀ ਹੈ ਤੇ ਅੱਗੇ ਪਰਲੋਕ ਵਿੱਚ ਜਠਰਾਗਨੀ ਦੀ ਘੁੰਮਣ ਘੇਰੀ ਡੋਬ ਲੈਂਦੀ ਹੈ। ਭਾਵ ਮਨੁੱਖ ਨੂੰ ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ। ਵਿੰਗੇ ਰਸਤੇ ਤੁਰਨ ਨਾਲ ਹਰ ਵੇਲੇ ਜਿੰਦ ਸਹਿਮ ਵਿੱਚ ਪਈ ਰਹਿੰਦੀ ਹੈ। ਹੇ ਮਨ, ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸ਼ਰਨ ਤੋਂ ਬਿਨਾਂ ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁਝਦਾ। ਤੂੰ ਗੁਰੂ ਦੀ ਸ਼ਰਨੀ ਪੈ ਕੇ ਹੀ ਇਸ ਵਿੰਗੇ ਰਸਤੇ ਤੋਂ ਬਚ ਸਕਦਾ ਹੈ ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣਾ ਸਕਦਾ ਹੈ। ਨੈਕਸਟ ਹੈ ਬਾਗ ਬਣੇ ਮਨ ਮਾਰੀਏ, ਜਿਸ ਸਤਿਗੁਰੂ ਦੀਖਿਆ ਹੋਏ,
आप पछाणे हार मिले, बहुड़ न मरना होए। कीचड़ हाथ न बूढ़ई, एका नदर निहाल। नानक गुरमुख उबरे, ਗੁਰ ਸਰਵਰ ਸੱਚੀ ਪਾਲ। ਇਹਨਾਂ ਸਤਰਾਂ ਵਿੱਚ ਗੁਰੂ ਜੀ ਮਨੁੱਖ ਨੂੰ ਗੁਰੂ ਦੀ ਸ਼ਰਨ ਲੈਣ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉਸ ਦਾ ਮਨ ਵਸ ਵਿੱਚ ਆ ਜਾਂਦਾ ਹੈ। ਉਸ ਦੇ ਅੰਦਰੋਂ ਆਤਮਿਕ ਜੀਵਨ ਨੂੰ ਖਾ ਜਾਣ ਵਾਲਾ ਬਘਿਆੜ ਮਰ ਜਾਂਦਾ ਹੈ, ਮਤਲਬ ਬਘਿਆੜ ਮਰ ਜਾਂਦਾ ਹੈ ਉਹਦੇ ਅੰਦਰੋਂ। ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਪਰਮਾਤਮਾ ਉਸ ਮਨੁੱਖ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ। ਇਸ ਵਾਸਤੇ ਉਸ ਦਾ ਹੱਥ ਚਿੱਕੜ ਵਿੱਚ ਨਹੀਂ ਡੁੱਬਦਾ, ਉਸ ਦਾ ਮਨ ਵਿਕਾਰਾਂ ਵਿੱਚ ਨਹੀਂ ਫਸਦਾ। ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਹੀ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਣੋਂ ਬਚ ਜਾਂਦੇ ਹਨ। ਗੁਰੂ ਹੀ ਨਾਮ ਦਾ ਸਰੋਵਰ ਹੈ, ਗੁਰੂ ਹੀ ਸਦਾ ਥਿਰ ਰਹਿਣ ਵਾਲੀ ਕੰਧ ਹੈ, ਜੋ ਵਿਕਾਰਾਂ ਦੇ ਚਿੱਕੜ ਵਿੱਚ ਲਿਬੜਨ ਤੋਂ ਬਚਾਉਂਦੀ ਹੈ। ਨੈਕਸਟ ਹੈ, ਅਗਨ ਮਰੇ ਜਲ ਲੋੜ ਲਹਿ, ਵਿਣ ਗੁਰ ਨਿੰਦ ਜਲ ਨਾਹੇ। ਜਨਮ ਮਰੇ ਪਰਮਾਈਏ, ਜੇ ਲਖ ਕਰਮ ਕਮਾਏ। ਜਮ ਜਗਾਤ ਨਾ ਲੱਗੀਏ, ਜੇ ਚੱਲੇ ਸਤਿਗੁਰੂ ਪਾਏ। ਨਾਨਕ ਨਿਰਮਲ ਅੰਮ੍ਰੇ, ਪਦ ਗੁਰੂ ਹਰ ਮੇਲੇ ਮਿਲਾਏ। ਇਹਨਾਂ ਸਤਰਾਂ ਵਿੱਚ ਗੁਰੂ ਜੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਉਣ ਵਾਲੇ ਗੁਰੂ ਦੀ ਸ਼ਰਨ ਲੈਣ ਨੂੰ ਆਖਦੇ ਹਨ। ਗੁਰੂ ਜੀ ਫਰਮਾਉਂਦੇ ਹਨ, ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਨਾਮ ਜਲ ਲੱਭ ਲੈ। ਇਹ ਨਾਮ ਜਲ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਪਰੰਤੂ ਗੁਰੂ ਦੀ ਸ਼ਰਨ ਤੋਂ ਬਗੈਰ ਨਾਮ ਸਰੋਵਰ ਦਾ ਇਹ ਜਲ ਮਿਲਦਾ ਨਹੀਂ। ਇਸ ਜਲ ਤੋਂ ਬਗੈਰ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਅਤੇ ਉਸ ਨੂੰ ਅਨੇਕਾਂ ਜੂਨਾਂ ਵਿੱਚ ਘੁਮਾਇਆ ਜਾਂਦਾ ਹੈ। ਜੇ ਮਨੁੱਖ ਨਾਮ ਨੂੰ ਭੁਲਾ ਕੇ ਹੋਰ ਲੱਖਾਂ ਕਰਮ ਕਮਾਉਂਦੇ ਰਹਿਣ ਤਾਂ ਵੀ ਇਹ ਅੰਦਰਲੀ ਅੱਗ ਨਹੀਂ ਮਰਦੀ। ਜੇ ਮਨੁੱਖ ਗੁਰੂ ਦੀ ਰਜ਼ਾ ਵਿੱਚ ਤੁਰਦਾ ਰਹੇ ਤਾਂ ਜਮਰਾਜ ਮਸੂਲੀਆ ਉਸ ਉੱਤੇ ਆਪਣਾ ਵਾਰ ਨਹੀਂ ਕਰ ਸਕਦਾ। ਗੁਰੂ ਮਨੁੱਖ ਨੂੰ ਪਵਿੱਤਰ, ਉੱਚਾ ਆਤਮਿਕ ਦਰਜਾ ਬਖਸ਼ਦਾ ਹੈ ਅਤੇ ਉਹ ਉਸ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਨੈਕਸਟ ਹੈ, ਕੱਲਰ ਕੇਰੀ ਛੱਪੜੀ, ਕਊਆ ਮਲਮਲ ਨਾਏ। ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਦੀ ਆਈ। ਸਰਵਰ ਹੰਸ ਨਾ ਜਾਣਿਆ, ਕਾਂਗੁਕ ਪੰਖੀ ਸੰਗ। ਸਾਕਤ ਸਿਉ ਐਸੀ ਪ੍ਰੀਤ ਹੈ, ਬਾਜੋ ਗਿਆਨੀ ਰੰਗ। ਸੰਤ ਸਬਾਜੈ ਕਾਰ ਕਰ, ਗੁਰਮੁਖ ਕਰਮ ਕਮਾਊ। ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਊ। ਇਸ ਸਲੋਕ ਵਿੱਚ ਗੁਰੂ ਜੀ ਮਨੁੱਖ ਨੂੰ, ਵਿਕਾਰਾਂ ਵਿੱਚ ਫਸੇ ਮਨੁੱਖ ਨੂੰ ਗੁਰੂ ਤੀਰਥ ਦਾ ਇਸ਼ਨਾਨ ਕਰਕੇ ਪਵਿੱਤਰ ਹੋਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਜੀ ਫਰਮਾਉਂਦੇ ਹਨ ਕਿ ਵਿਕਾਰਾਂ ਦੀ ਕਾਲਖ ਨਾਲ ਕਾਲੇ ਹੋਏ ਮਨ ਵਾਲਾ ਮਨੁੱਖ ਵਿਕਾਰਾਂ ਦੇ ਕੱਲਰ ਦੀ ਛੱਪੜੀ ਵਿੱਚ ਬੜੇ ਸ਼ੌਂਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ। ਇਸ ਕਰਕੇ ਉਸ ਦਾ ਮਨ ਅਤੇ ਤਨ ਵਿਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਰਹਿੰਦਾ ਹੈ। ਜਿਵੇਂ ਕਾਂ ਦੀ ਚੁੰਝ ਗੰਦ ਨਾਲ ਭਰੀ ਰਹਿੰਦੀ ਹੈ, ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਵੀ ਨਿੰਦਾ ਆਦਿ ਦੇ ਗੰਧ ਨਾਲ ਭਰਿਆ ਰਹਿੰਦਾ ਹੈ। ਭੈੜੇ ਪੰਛੀ ਕਾਵਾਂ ਅਰਥਾਤ ਵਿਕਾਰੀ ਬੰਦਿਆਂ ਦੀ ਸੁਹਬਤ ਵਿੱਚ ਪਰਮਾਤਮਾ ਦੀ ਅੰਸ਼ ਜੀਵ ਰੂਪੀ ਹੰਸ ਨੇ ਗੁਰੂ ਸਰੋਵਰ ਦੀ ਕਦਰ ਨਹੀਂ ਸਮਝੀ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ,
ਤੂੰ ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਰਾਹ ਨੂੰ ਸਮਝ। ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ ਤੇ ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ। ਇਹੋ ਹੀ ਹੈ ਪਵਿੱਤਰ ਇਸ਼ਨਾਨ। ਗੁਰੂ ਹੀ ਤੀਰਥ ਹੈ, ਗੁਰੂ ਹੀ ਦਰਿਆ ਹੈ। ਇਸ ਵਿੱਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ। ਨੈਕਸਟ ਹੈ, ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਪਾਊ। ਪੈਂਦਾ ਖਾਂਦਾ ਬਾਦ ਹੈ, ਜਾਂ ਮਨ ਦੂਜਾ ਭਾਊ। ਵੇਖਣ ਸੁਣਨਾ ਝੂਠ ਹੈ, ਮੁਖ ਕੁੰਠਾ ਅਲਾਊ। ਨਾਨਕ ਨਾਮ ਸਲਾਹ ਤੂੰ, ਹੋਰ ਹਉਮੈ ਆਵੋ ਜਾਊ। ਇਸ ਸ਼ਲੋਕ ਵਿੱਚ ਗੁਰੂ ਜੀ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦਿੰਦੇ ਹਨ। ਗੁਰੂ ਜੀ ਫਰਮਾਉਂਦੇ ਹਨ ਕਿ ਹੇ ਭਾਈ, ਜਦ ਤੱਕ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤੱਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਵੀ ਲਾਭ ਨਹੀਂ। ਜਦ ਤੱਕ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਮੋਹ ਪਿਆਰ ਵਸਦਾ ਹੈ, ਤਦ ਤੱਕ ਉਸ ਦਾ ਪਹਿਨਿਆ ਕੀਮਤੀ ਕੱਪੜਾ, ਉਸ ਦਾ ਖਾਧਾ ਹੋਇਆ ਕੀਮਤੀ ਭੋਜਨ ਸਭ ਵਿਅਰਥ ਜਾਂਦਾ ਹੈ, ਕਿਉਂਕਿ ਉਹ ਨਾਸ਼ਮਾਨ ਜਗਤ ਨੂੰ ਹੀ ਨਜ਼ਰ ਵਿੱਚ ਰੱਖਦਾ ਹੈ, ਨਾਸ਼ਮਾਨ ਜਗਤ ਨੂੰ ਹੀ ਕੰਨਾਂ ਵਿੱਚ ਵਸਾਈ ਰੱਖਦਾ ਹੈ ਤੇ ਨਾਸ਼ਮਾਨ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ। ਹੇ ਭਾਈ, ਤੂੰ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿ। ਸਿਫਤ ਸਲਾਹ ਨੂੰ ਭੁਲਾ ਕੇ ਹੋਰ ਸਾਰਾ ਉਦਮ ਹਉਮੈ ਕਰਕੇ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ। ਧੰਨਵਾਦ।